गुरु रूप प्यारी साध संगत जी, आओ सारे रसनन पवित्र करते हुए गज वज के बोलो जी जय गुरुदेव, धन गुरुदेव, जय संतां दी। साडे जितने भी गुरु पीर अवतार इस संसार विच आए ने, उन्हां ने सानू सब नू एक कृपा करके अपने जीवन विच ऐसा जीवन जी के सानू समझाने की कोशिश की है कि असी इस मानस जन्म का लाहा खट सकीए। गुरमुखो प्यारिओ, क्योंकि मनुख बार बार भुल जाता है, इसनू फिर बार बार ही चेता कराना पैंदा है। एक सेठ सी ते वो तेल का काम करता सी, तेली सी, और दिन रात बैल ने चली जाना, उन्हें तेल कड्डी जाना, वेची जाना। गुरु का प्यारा कोई संत उसके कोल गया तो उन्हें कहा, लाला जी नाम भी जप लिया करो, हरि की प्राप्ति करना साडे मनुखा जन्म का उद्देश्य है। उन्हें कहा, अजे मेरी हुने हुने शादी हुई है, बच्चा भी कोई नहीं होया, थोड़ा गृहस्थ मार्ग मेरा तुर पे परिवार च वाधा हो जाए, फिर मैं टाइम कड्डांगा सत्संग का। साल 2 साल बाद ਉਹਦੇ बेटा हो गया। संत ਜਿਹੜੇ ਨੇ ਉਹ ਤੇ ਜਾਂਦੇ ਰਹਿੰਦੇ ਨੇ, ਆਉਂਦੇ ਰਹਿੰਦੇ ਨੇ, ਭਰਮਣ ਕਰਦੇ ਰਹਿੰਦੇ ਨੇ। ਕੁਦਰਤੀ ਉਹ ਫਿਰ ਉਸ ਪਿੰਡ ਵਿੱਚ ਆਏ ਤੇ ਲਾਲਾ ਜੀ ਤੇਲ ਕੱਢੀ ਜਾਂਦੇ ਸੀ, ਔਰ ਉਸੇ ਤਰ੍ਹਾਂ ਗਾਹਕਾਂ ਨੂੰ ਉਹ ਸਰਵ ਕਰੀ ਜਾਂਦੇ। ਸੰਤਾਂ ਨੇ ਕਿਹਾ, ਸੇਠ ਜੀ ਪਤਾ ਲੱਗਾ ਤੁਹਾਨੂੰ ਹਰੀ ਨੇ, ਪਰਮ ਪਿਤਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ, ਤੇ ਪਿਛਲੀ ਵਾਰੀ ਮੈਂ ਜਦੋਂ ਆਇਆ ਸਾਂ ਤੁਸੀਂ ਇਹ ਫਰਮਾਇਆ ਸੀ ਕਿ ਜਦੋਂ ਪੁੱਤਰ ਦੀ ਦਾਤ ਹੋ ਜਾਏਗੀ, ਮੇਰਾ ਪਰਿਵਾਰ 'ਚ ਵਾਧਾ ਹੋ ਜਾਏਗਾ, ਫਿਰ ਮੈਂ ਸਮਾਂ ਕੱਢਾਂਗਾ। ਤੇ ਆਓ ਅੱਜ ਸਤਸੰਗ ਹੈ, ਸਤਸੰਗ ਵਿੱਚ ਦਰਸ਼ਨ ਦਿਓ। ਸੇਠ ਨੇ ਕਿਹਾ, ਹੁਣ ਟਾਈਮ ਕੱਢਣਾ ਥੋੜਾ ਮੁਸ਼ਕਲ ਹੈ, ਕਿਉਂਕਿ ਬੱਚਾ ਛੋਟਾ ਹੈ, ਘਰ ਦੇ ਖਰਚੇ ਵੀ ਵੱਧ ਗਏ ਨੇ, ਹੁਣ ਤੇ ਅੱਗੇ ਨਾਲੋਂ ਵੀ ਜ਼ਿਆਦਾ ਮੈਨੂੰ ਮਿਹਨਤ ਕਰਨੀ ਪਏਗੀ, ਇਸ ਲਈ ਥੋੜੇ ਹੋਰ ਠਹਿਰ ਜਾਓ, ਫਿਰ ਮੈਂ ਸਤਸੰਗ ਲਈ ਸਮਾਂ ਕੱਢਾਂਗਾ। ਸੰਤ ਜਨੋ, ਸੰਤਾਂ ਨੇ ਕੀ ਕਹਿਣਾ ਹੁੰਦਾ, ਉਹਨਾਂ ਤੇ ਬਿਲਕੁਲ ਪਿਆਰ ਦੇ ਨਾਲ ਸਿਰਫ ਚੇਤਾ ਹੀ ਕਰਾਉਣਾ ਹੁੰਦਾ ਕਿ ਜਿਸ ਕੰਮ ਦੀ, ਜਿਸ ਦੀ ਭਾਲ ਹੈ ਤੈਨੂੰ, ਉਹਨੂੰ ਤੁਸੀਂ ਜਾਣ ਤੇ ਲੈ, ਜਿਸ ਮਾਲਕ ਦਾ ਦਿੱਤਾ ਖਾਨਾ ਹੈ ਉਹਨੂੰ ਪਹਿਚਾਣ ਤਾਂ ਸਹੀ। ਮਹਾਂਪੁਰਸ਼ਾਂ ਤੇ ਚੇਤਾ ਕਰਾਉਣਾ ਹੁੰਦਾ। ਔਰ ਗੁਰਮੁਖੋ, ਸੰਤ ਫਿਰ ਚਲੇ ਗਏ, ਸਤਸੰਗ ਹੋਇਆ ਪਿੰਡ ਦੇ ਵਿੱਚ। ਫਿਰ ਕੁਝ ਵਰਿਆਂ ਬਾਅਦ ਆਏ ਤੇ ਕਿਹਾ, ਲਾਲਾ ਜੀ ਠੀਕ ਹੋ, ਪਰਿਵਾਰ ਠੀਕ ਹੈ? ਕਹਿੰਦੇ ਹਾਂ ਜੀ, ਬੱਚਾ ਸਕੂਲ ਜਾਂਦਾ ਹੈ। ਕਹਿੰਦੇ ਫਿਰ ਪਿਛਲੀ ਵਾਰੀ ਗੱਲ ਹੋਈ ਸੀ, ਤੁਸੀਂ ਕਿਹਾ ਸੀ ਬੱਚਾ ਥੋੜਾ ਵੱਡਾ ਹੋ ਲੇ, ਤੇ ਆਓ ਹੁਣ ਤੇ ਉਹ ਸਕੂਲ ਵੀ ਜਾਣ ਲੱਗ ਪਿਆ, ਸਤਸੰਗ ਵਿੱਚ ਦਰਸ਼ਨ ਦਿਓ, ਸੱਚ ਨੂੰ ਜਾਣੋ, ਹਰੀ ਰੂਪੀ ਹੀਰੇ ਦੀ ਪਛਾਣ ਕਰ ਲਓ, ਵਰਨਾ ਕਿਤੇ ਪੜ੍ਹਦੇ ਹੀ ਨਾ ਰਹਿ ਜਾਇਓ। ਖੈਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋ ਜਗ ਜਾਏਂਗੇ ਸਤ ਪਾਖੈ ਰਵਿਦਾਸ। ਪੜ੍ਹਦੇ ਤੇ ਸੁਣਦੇ ਹੀ ਨਾ ਰਹਿ ਜਾਇਓ ਕਿਤੇ, ਤੇ ਆਓ ਸਤਸੰਗ ਕਰ ਲਓ।
ਸੱਚ ਨੂੰ ਜਾਣ ਲਓ, ਕਿਉਂਕਿ ਸਾਧ ਕੇ ਸੰਗ ਮਲ ਸਗਲੀ ਖੋਦ। ਸਾਧੂ ਦਾ ਸੰਗ ਕਰਕੇ ਹੀ ਮਨ ਦੀ ਮੈਲ ਧੁੱਪਦੀ ਹੈ। ਸੇਠ ਨੇ ਕਿਹਾ, ਮਹਾਰਾਜ ਤੁਸੀਂ ਵੇਖਦੇ ਨਹੀਂ, ਸਕੂਲ ਦੀਆਂ ਫੀਸਾਂ ਵੀ ਦੇਣੀਆਂ ਹੁੰਦੀਆਂ, ਔਰ ਸਕੂਲ ਦੀਆਂ ਵਰਦੀਆਂ ਖਰੀਦਣੀਆਂ, ਹੁਣ ਤੇ ਖਰਚਾ ਹੋਰ ਵੱਧ ਗਿਆ, ਅਜੇ ਥੋੜਾ ਠਹਿਰ ਜਾਓ, ਫਿਰ ਮੈਂ ਸਤਸੰਗ ਕਰਾਂਗਾ। ਸੰਤ ਜਨੋ, ਜੀਵ ਦੀ ਇਹ ਕਹਾਣੀ ਕੇਵਲ ਉਸ ਤੇਲੀ ਦੀ ਨਹੀਂ ਹੈ, ਸਾਡੀ ਸਾਰਿਆਂ ਦੀ ਇਹ ਕਹਾਣੀ ਹੈ। ਹਰ ਘਰ ਦੇ ਵਿੱਚ ਅਸੀਂ ਪਰਮਾਤਮਾ ਦੀ ਭਗਤੀ ਨੂੰ ਕੋਈ ਦਰਜਾ ਨਹੀਂ ਦਿੰਦੇ, ਸਭ ਤੋਂ ਅਖੀਰ ਤੇ ਜੇ ਟਾਈਮ ਬਾਜੇ ਤੇ ਫੇਰ ਬਾਕੀ ਚੀਜ਼ਾਂ ਜਿਹੜੀਆਂ ਸਾਡੇ ਨਾਲ ਨਹੀਂ ਜਾਣੀਆਂ, ਉਹਨਾਂ ਵਾਸਤੇ ਅਸੀਂ ਪ੍ਰੋੜਤਾ ਕਰਦੇ ਹਾਂ, ਉਹਨਾਂ ਨੂੰ ਅਸੀਂ ਪ੍ਰੈਫਰੈਂਸ ਦਿੰਦੇ ਹਾਂ, ਲੇਕਿਨ ਰੱਬੀ ਸਿਮਰਨ ਨੂੰ ਨਹੀਂ। ਔਰ ਸੰਤ ਜਨੋ, ਸੰਤਾਂ ਨੇ ਤੇ ਫਿਰ ਚਲੇ ਗਏ, ਇੰਨਾ ਹੀ ਕਿਹਾ ਕਿ ਮਿੱਤਰਾ, ਜੀਵਨ ਦਾ ਕੋਈ ਭਰੋਸਾ ਨਹੀਂ, ਇਸ ਵਾਸਤੇ ਮਾਲਕ ਨੂੰ ਜਾਣ ਲੈ। ਚੇਤਾਵਨੀ ਦੇਣੀ ਹੁੰਦੀ ਹੈ ਸੰਤਾਂ ਨੇ, ਲੇਕਿਨ ਉਹ ਸੇਠ ਨੇ ਸੁਣ ਕੇ ਇੱਕ ਕੰਨੀ ਸੁਣਿਆ, ਦੂਸਰੇ ਕੰਨੀ ਕੱਢ ਦਿੱਤਾ। ਸਾਧ ਸੰਗਤ, ਇੱਕ ਰਾਜੇ ਦੇ ਦਰਬਾਰ ਵਿੱਚ 3 ਮੂਰਤੀਆਂ ਇੱਕੋ ਜਿਹੀਆਂ ਇੱਕ ਆਰਟਿਸਟ ਲੈ ਕੇ ਆਇਆ, ਕਾਰੀਗਰ, ਔਰ ਉਸਨੇ ਰਾਜੇ ਨੂੰ ਕਿਹਾ ਕਿ ਇਹਨਾਂ ਚੋਂ ਇੱਕ ਜੋ ਹੈ ਉਹ ਸਿਰਫ 100 ਰੁਪਏ ਦੀ ਹੈ, ਦੂਸਰੀ 500 ਦੀ ਹੈ, ਲੇਕਿਨ ਤੀਸਰੀ ਦੀ ਕੀਮਤ 5000 ਹੈ। ਤੁਹਾਡੇ ਦਰਬਾਰ 'ਚ ਕੋਈ ਸਿਆਣਾ ਹੈ ਜਿਹੜਾ ਫਰਕ ਦੱਸੇ, ਇਹਨਾਂ ਕੀਮਤ ਦਾ ਫਰਕ ਕਿਉਂ? ਔਰ ਸੰਤ ਜਨੋ, ਰਾਜੇ ਨੇ ਵੇਖਿਆ, ਬਿਲਕੁਲ ਦੇਖਣ ਨੂੰ 3 ਮੂਰਤੀਆਂ ਇੱਕੋ ਜਿਹੀਆਂ ਲੱਗਦੀਆਂ ਸਨ। ਅਸੀਂ ਜੇ ਆਪਣੇ ਭੈਣਾਂ ਭਰਾਵਾਂ ਵਿੱਚ, ਆਪਣੇ ਰਿਸ਼ਤੇਦਾਰੀਆਂ 'ਚ, ਆਪਣੇ ਦੋਸਤਾਂ ਮਿੱਤਰਾਂ 'ਚ ਬਾਜ਼ਾਰ ਜਾ ਕੇ ਵੇਖੀਏ ਤੇ ਸਾਰੀਆਂ ਮੂਰਤੀਆਂ ਅਸੀਂ ਇੱਕੋ ਜਿਹੀਆਂ ਹੀ ਦਿਸਦੀਆਂ, ਲੇਕਿਨ ਇਹਨਾਂ ਮੂਰਤੀਆਂ ਵਿੱਚ ਵੀ ਫਰਕ ਹੈ। ਅਖੀਰ ਰਾਜੇ ਨੇ ਇੱਕ ਵਿਦਵਾਨ ਮਹਾਂਪੁਰਸ਼ ਸੀ, ਉਸਨੂੰ ਕਿਹਾ ਕਿ ਆਪ ਜੀ ਫਰਕ ਕੱਢੋ। ਉਸ ਵਿਦਵਾਨ ਮਹਾਂਪੁਰਸ਼ ਨੇ ਵੀ ਦੇਖਿਆ ਵੀ ਮੂਰਤੀਆਂ ਤੇ ਇੱਕੋ ਜਿਹੀਆਂ ਨੇ 3, ਲੇਕਿਨ ਇੰਨਾ ਕੀਮਤ ਦਾ ਫਰਕ ਅਵਸ਼ ਕੋਈ ਨਾ ਕੋਈ ਵਿਸ਼ੇਸ਼ ਚੀਜ਼ ਹੈ। ਔਰ ਉਸਨੇ ਇੱਕ ਮੂਰਤੀ ਪਕੜੀ, ਉਸਦੇ ਕੰਨ ਦੇ ਵਿੱਚ ਇੱਕ ਤੀਲਾ ਪਾਇਆ, ਔਰ ਉਹ ਦੂਸਰੇ ਪਾਸਿਓਂ ਨਿਕਲ ਗਿਆ, ਦੂਜੇ ਕੰਨ ਚੋਂ ਉਹਨੇ ਇੱਕ ਪਾਸੇ ਰੱਖ ਦਿੱਤੀ, ਫਿਰ ਦੂਜੀ ਦੇ ਕੰਨ ਵਿੱਚ ਪਾਇਆ, ਉਸਦੇ ਮੂੰਹ ਚੋਂ ਨਿਕਲ ਗਿਆ, ਉਹ ਵੀ ਪਾਸੇ ਰੱਖ ਦਿੱਤੀ, ਤੀਜੇ ਦੇ ਕੰਨ ਵਿੱਚ ਪਾਇਆ ਤੇ ਉਹ ਵਾਪਸ ਨਹੀਂ ਆਇਆ, ਅੰਦਰ ਚਲਾ ਗਿਆ। ਔਰ ਸੰਤਾਂ ਨੇ, ਉਸ ਵਜ਼ੀਰ ਨੇ ਕਿਹਾ, ਰਾਜਨ, ਆ ਜਿਹੜੇ ਇੱਕ ਕੰਨ 'ਚ ਪਾਇਆ ਦੂਜੇ ਚੋਂ ਨਿਕਲ ਗਿਆ, ਇਹ ਆ 100 ਰੁਪਏ ਦੀ, ਤੇ ਜਿਹਦੇ ਇੱਕ 'ਚ ਪਾਇਆ ਤੇ ਮੂੰਹ ਚੋਂ ਨਿਕਲ ਗਿਆ, ਇਹ 500 ਦੀ ਆ, ਤੇ ਜਿਹਦੇ ਪੇਟ ਵਿੱਚ ਚਲਾ ਗਿਆ ਇਹ 5000 ਦੀ ਹੈ। ਸਾਡੀ ਕੀਮਤ ਹੀ 100 ਰੁਪਈਆ ਵੀ ਨਹੀਂ, ਜੇ ਅਸੀਂ ਐਸ ਕੰਨੋਂ ਸੁਣੀਏ ਤੇ ਐਸ ਕੰਨੋਂ ਕੱਢ ਦਈਏ। ਸਾਡੇ 'ਚ ਕੁਝ ਐਸੇ ਵੀ ਨੇ, ਗੁਰੂ ਘਰ ਦੇ ਵਿੱਚ ਸੰਗਤ 'ਚ ਅਸੀਂ ਸੁਣ ਕੇ ਆਉਂਦੇ ਹਾਂ ਤੇ ਘਰ ਆ ਕੇ ਮੂੰਹ 'ਚ ਸੁਣਾ ਵੀ ਦਿੰਦੇ ਹਾਂ ਕਿ ਅੱਜ ਫਲਾਣਾ ਰਾਗੀ ਆਇਆ ਸੀ, ਫਲਾਣਾ ਪ੍ਰਚਾਰਕ ਆਇਆ ਸੀ, ਉਸਨੇ ਆ ਕਿਹਾ ਸੀ। ਅਸੀਂ ਇੰਜ ਕਰਨੇ ਹਾਂ, ਪਰ ਅੰਦਰ ਨਹੀਂ ਜਾਣ ਦਿੰਦੇ। ਔਰ ਉਹ ਰਾਜੇ ਨੇ ਕਿਹਾ ਕਿ ਆ 500 ਦੀ ਆ, ਔਰ ਜਿਹੜਾ ਇਹਨਾਂ ਕੰਨਾਂ ਰਾਹੀਂ ਸੁਣ ਕੇ ਤੇ ਫਿਰ ਅੰਦਰ ਲੈ ਜਾਂਦਾ, साधु का जो बोल भी आए सुनना और सुनाना है। संत क्या करते ने,
ਸੁਣਨਾ ਦਿਲ ਨਾਲ ਚਾਹੀਦਾ ਤੇ ਸੁਣਾਣਾ ਆਪਣੇ ਕਰਮ ਨਾਲ ਚਾਹੀਦਾ। पाँव से चलकर संगत आना, कर से सेव कमाना है, रसना से हरि कीर्ति गाना, आंख से दर्शन पाना है। इस वास्ते और वो सेठ ने भी इस कन्नों सुनिया ते इधरों कढ़ दिता। उन्हें घर जाके भी गल नहीं की कोई संत आउंदा मैनूं समझांदा, क्योंकि जे घर जाके गल करे तो कई बारी घरों भी अच्छियां आत्मावां हुंदियां ने, वो दस दिंदियां तुसीं कहना मन्नो। संत जनों थोड़े साल फिर लंघ गए, फिर महापुरुष आए, कहन लगे पता लगा सेठ जी हुण तुहाडा मुंडा काम ते लग गया, हुण तुसीं हुण ते आओ सत्संग ते, हुण ते तुहाडा हत्थ वटांदा है, तुहाडे नाल दुकानदारी च काम करदा पिया, आ जाओ हुण। कहन लगा ठीक है तुहाडी गल महाराज, तुसीं बड़ी परोपकार करदे हो, मैनूं आ के बहुत तुसीं उत्साह दिंदे हो, पर हुण इहदा मैं विआह करना है, विआह कर ਲਾਂ ते फिर साध संगत शादी हो गई, विआह हो गया, विआह बच्चे का हो गया, नूंह घर आ गई और बच्चे ने साध संगत काम सांभ लिया ते बजुर्ग उत्थे बैठा बैठा ही डांटिया करे, ठीक नहीं करते, वो नहीं करते, वो नहीं करते, घर दे बाहर मंजे ते बह जाया करे। और संत फिर आए, उन्हें कहा सेठ जी ब्याह भी हो गया ते हुण ते आओ सत्संग कर लो। कहन लगा वेखदे नहीं तुसीं आ नूहां आ गई, नूह जिहड़ी है ये बिल्कुल ख्याल नहीं रखती, ऐदां ही दरवाजा जिहड़ा वो छड्ड के ते चली जाती है, ते मैं राखी ते करा ना। और संत जनों कुछ देर बाद वो सेठ की मौत हो गई, मौत हो गई ते फिर वो बैल की जूनी च पै गया। और कबीर जी ने उन्हों का श्लोक है, शायद उन्हें कहा कि चार पांव मुख गुंग अब कैसे गुण गई है, हुण तेरे चार पैर ने मूँह तेरा गूंगा है, अगे तेनू कहंदा सां हरि दा यश कर लै ते तू करदा नहीं सी, हुण किवें करेगा। मार्ग चलत ठिणगा पड़त है, अब कित मूंड लगाइए, कहंदे हुण तैनू डंडे पैंदे ने, हुण कित्थों अपना पिठ किवें लुकाएगा। संत जनों साधु आए, उन्हां वेख्या कि लाला ते मर गया, लेकिन वो बैल की जूनी च कोलू अगे जुड़े है। फिर संतां ने कहा ही शब्द सुनाया, अब कैसे गुण गई है, ते तू हुण की कहंदा जी, वो जिहड़ा बैल सी वो बुढ़ा हो गया सी ते वो ठीक तरह काम नहीं सी करदा, पुत्र मेरे दी आमदन घट गई सी, मैं थोड़ी मेहनत करके ते काम करना वा, बड़ी मेहनत करना, पसीनो पसीनी बैल होया ते कहन लगे भी अजे मेरे को टाइम नहीं, कहते हुण ते गुण गा नहीं, अजे भी टाइम नहीं। महापुरुष फिर चले गए, कहते फिर एक स्टोरी को इदा हुंदा नहीं, लेकिन सानू समझाण लई। फिर उन्होंने कहा सालां बाद आए ते वेख्या बैल भी मर गया सी, ते मुंडे ने फिर मोटर लवा ली, बिजली ते चले पिया कोलू, पुछया बैल, कहंदे वो मर गया सी। महापुरुषां ने वेख्या ते वही सेठ मुड़ के कुत्ते की जूनी च पिया ते उत्थे बाहर बैठा होया। संतां ने फिर कहा कि भाई वेख तू बंदा सैं, तेनू उदों मैं कहंदा रहा, फिर तू बैल बन गया, तेनू उदों भी कहंदा रहा, हुण तू कुत्ते की जून च पिया, हुण ते आ। ते संत जनों वो फिर कहंदा घर की राखी कौन करेगा,
ਮੈਂ ਸੰਗਤ ਤੇ ਚਲਾ ਗਿਆ ਤੇ ਘਰ ਦੀ ਰਾਖੀ ਤੁਸੀਂ ਕਰੋਗੇ। ਸਾਧ ਸੰਗਤ ਜਦ ਨੂੰ ਪੋਤਰੇ ਪੋਤਰੀਆਂ ਵੀ ਹੋ ਗਏ, ਨਹੀਂ ਗਿਆ, ਫਿਰ ਆ ਗਏ। ਕੁੱਤਾ ਵੀ ਮਰ ਗਿਆ, ਉਹ ਫਿਰ ਡੱਡੂ ਦੀ ਜੂਨ ਚ ਪੈ ਗਿਆ ਤੇ ਨਾਲੀ ਵਿੱਚ ਪਿਆ ਹੋਇਆ। ਤੇ ਸਾਧ ਸੰਗਤ ਤੇ ਸੰਤਾਂ ਨੇ ਫਿਰ ਕਿਹਾ ਕਿ ਹੁਣ ਵੇਖ ਤੂੰ ਕੁੱਤੇ ਤੂੰ ਵੀ ਹੁਣ ਡੱਡੂ ਦੀ ਜੂਨ ਤੇ ਗੰਦਗੀ ਦੇ ਵਿੱਚ ਬੈਠਾ, ਹੁਣ ਤੇ ਆ ਜਾ। ਤੇ ਸੇਠ ਫਿਰ ਕਹਿੰਦਾ ਤੁਹਾਨੂੰ ਹੋਰ ਨਹੀਂ ਕੋਈ ਲੱਭਦਾ, ਮੇਰੇ ਪਿੱਛੇ ਕਿਉਂ ਪੈ ਗਏ? ਗੰਦਗੀ 'ਚ ਬੈਠਾ, ਪਰ ਆਉਂਦਿਆਂ ਜਾਂਦਿਆਂ ਮੈਂ ਆਪਣੀਆਂ ਪੋਤਰੇ ਪੋਤਰੀਆਂ ਨੂੰ ਵੇਖਣਾ, ਤੂੰ ਮੇਰੇ ਪਿੱਛੇ ਕਿਉਂ ਪੈ ਗਏ? ਸਾਧ ਸੰਗਤ, ਇਹ ਸਾਡੇ ਸਾਰਿਆਂ ਦੀ ਦਸ਼ਾ ਹੈ। ਇਹ ਜੋ ਦਿਨ ਆਉਂਦੇ ਨੇ ਪਏ ਚਲੇ ਜਾਂਦੇ ਨੇ। ਅਨੇਕਾਂ ਜੂਨਾਂ ਅਸੀਂ ਭੋਗ ਕੇ ਤੇ ਮਨੁੱਖਾ ਜਨਮ ਪ੍ਰਾਪਤ ਕੀਤਾ। ਬਿਲਕੁਲ ਸੱਚੀ ਗੱਲ ਹੈ ਜੋ ਬਾਣੀਆਂ ਕਹਿੰਦੀਆਂ ਨੇ। ਕਈ ਜਨਮਾਂ ਵਿੱਚੋਂ ਅਸੀਂ ਘੁੰਮ ਕੇ ਆਏ ਹਾਂ ਤੇ ਅਜੇ ਵੀ ਬੰਦਾ ਸਮਝਦਾ ਨਹੀਂ। ਔਰ ਮਹਾਂਪੁਰਸ਼ ਸਤਿਗੁਰੂ ਰਵਿਦਾਸ ਜੀ ਮਹਾਰਾਜ ਪਾਵਨ ਅੰਮ੍ਰਿਤ ਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ, ਮੇਰੀ ਸੰਗਤ ਪੋਚ ਪੋਚ ਦਿਨ ਰਾਤੀ। ਕਿਉਂਕਿ ਧਰਮ ਦੇ ਮਾਰਗ ਤੇ ਜਦੋਂ ਕੋਈ ਬਹੁਤ ਸਿਆਣਾ ਬਣ ਕੇ ਆਉਂਦਾ ਹੈ, ਆਪਣੇ ਆਪ ਨੂੰ ਬਹੁਤ ਸਮਝਦਾਰ ਸਮਝਦਾ ਹੈ, ਉਹਦੇ ਬਾਰੇ ਤੇ ਇੱਥੋਂ ਤੱਕ ਲਿਖਿਆ ਅਤ ਕੁਲੀਨ ਸੁੰਦਰ ਚਤੁਰ। ਕਿੰਨਾ ਵੀ ਸਾਫ ਸੁਥਰਾ ਹੋਵੇ, ਕਿੰਨਾ ਵੀ ਸਿਆਣਾ ਹੋਵੇ, ਪੜ੍ਹਿਆ ਲਿਖਿਆ ਹੋਵੇ, ਅਤ ਕੁਲੀਨ ਸੁੰਦਰ ਹੋਵੇ, ਚਤੁਰ ਹੋਵੇ, ਮੁੱਖ ਗਿਆਨੀ ਧਨਵੰਤ, ਬੜੀਆਂ ਧਰਮ ਦੀਆਂ ਗੱਲਾਂ ਵੀ ਕਰਨ ਵਾਲਾ ਹੋਏ, ਧਨ ਵਾਲਾ ਵੀ ਹੋਵੇ, ਲੇਕਿਨ ਪਾਵਨ ਬਾਣੀ ਕਹਿੰਦੀ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ। ਬੰਦੇ ਨੂੰ ਮਰਿਆ ਹੋਇਆ ਜਨ ਜੇ ਹਰੀ ਦੇ ਨਾਲ, ਭਗਵੰਤ ਦੇ ਨਾਲ ਉਹਦੀ ਪ੍ਰੀਤ ਨਹੀਂ। ਸਾਧ ਸੰਗਤ, ਦਾਸ ਹਮੇਸ਼ਾ ਹੀ ਕਹਿੰਦਾ ਲਾਜਿਕ ਦੀ ਗੱਲ ਹੈ, ਸੱਚ ਦੀ ਗੱਲ ਹੈ। ਜਿਹਨੂੰ ਅਸੀਂ ਜਾਣਦੇ ਹਾਂ ਉਹਦੇ ਨਾਲ ਹੀ ਸਾਡੀ ਪ੍ਰੀਤ ਹੋ ਸਕਦੀ ਹੈ। ਦਾਸ ਹਮੇਸ਼ਾ ਪ੍ਰਾਰਥਨਾ ਕਰਦਾ ਔਰ ਆਪਣੇ ਤਜਰਬੇ ਨਾਲ ਕਰਦਾ। ਮਹਾਰਾਜ ਜੀ ਕਹਿੰਦੇ ਨੇ, ਹੇ ਸੱਚੇ ਪਾਤਸ਼ਾਹ, ਮੇਰੀ ਸੰਗਤ ਦਾ ਕਸੂਰ, ਮੇਰੀ ਸੰਗਤ ਬਹੁਤ ਮਾੜੀ ਹੈ। ਔਰ ਗੁਰਮੁਖੋ ਪਿਆਰਿਓ, ਜਦੋਂ ਵੀ ਸਾਡੇ ਮਨ ਵਿੱਚ ਵੈਰ ਵਿਰੋਧ ਕ੍ਰੋਧ ਇਹ ਵਿਕਾਰ ਆਉਂਦੇ ਨੇ, ਸਾਡਾ ਦੋਸ਼ ਨਹੀਂ ਹੁੰਦਾ। ਕੋਈ ਬੰਦਾ ਨਹੀਂ ਚਾਹੁੰਦਾ ਕਿ ਉਹ ਵਿਕਾਰੀ ਹੋਵੇ, ਲੇਕਿਨ ਸੰਗਤ ਦਾ ਕਰਨ ਦਾ, ਜਿਹੋ ਜਿਹੀ ਕੰਪਨੀ ਅਸੀਂ ਕਰਦੇ ਹਾਂ। ਇੱਕ ਰਮਾਇਣ ਦੇ ਵਿੱਚ ਸ਼ਲੋਕ ਤੁਲਸੀ ਦਾ ਆਉਂਦਾ ਹੈ ਕਿ ਕਦਲੀ ਸੀਪ ਭੁਜੰਗ ਮੁਖ। ਕਦਲੀ ਕਹਿੰਦੇ ਨੇ ਕੇਲੇ ਨੂੰ, ਸੀਪ ਕਹਿੰਦੇ ਨੇ ਸਿੱਪੀ ਨੂੰ, ਭੁਜੰਗ ਮੁਖ ਕਹਿੰਦੇ ਨੇ ਸੱਪ ਦੇ ਮੂੰਹ ਨੂੰ। ਭੁਜੰਗ ਮੁਖ ਕਹਿੰਦੇ ਨੇ ਕਦਲੀ ਸੀਪ ਭੁਜੰਗ ਮੁਖ ਸਵੰਤੀ ਏਕ ਗੁਣ ਤੀਨ। ਬਾਰਿਸ਼ ਹੁੰਦੀ ਹੈ, ਬਾਰਿਸ਼ ਦੇ ਵਿੱਚ ਸਵੰਤੀ ਬੂਦ ਹੁੰਦੀ ਹੈ। ਕਹਿੰਦੇ ਆਉਂਦੀ ਇੱਕੋ ਜਗ੍ਹਾ ਤੋਂ ਹੈ ਸਵੰਤੀ ਬੂਦ, ਲੇਕਿਨ ਗੁਣ ਤਿੰਨ ਕਿਉਂ ਹੋ ਜਾਂਦੇ ਨੇ? ਔਰ ਕਿਸ ਤਰ੍ਹਾਂ ਦੱਸਿਆ? ਬੜੀ ਵਧੀਆ ਗੱਲ ਹੈ, ਸਾਇੰਟੀਫਿਕ, ਲੌਜੀਕਲ, ਕੋਈ ਅੰਧ ਵਿਸ਼ਵਾਸ ਨਹੀਂ। ਕਿ ਬੂੰਦ ਆਉਂਦੀ ਹੈ ਇੱਕੋ ਜਗ੍ਹਾ ਤੋਂ। ਕਦਲੀ ਸੀਪ ਭੁਜੰਗ ਮੁਖ ਸਵਾਤੀ ਏਕ ਗੁਣ ਤੀਨ। ਵੀ ਜਦ ਕੇਲੇ ਤੇ ਪੈਂਦੀ ਏ ਤੇ ਮੁਸ਼ਕ ਕਪੂਰ ਬਣਦੀ ਏ ਕਿ ਦਵਾਈ ਬਣਦੀ ਹੈ, ਤੇ ਜੇ ਸਿੱਪੀ ਦੇ ਮੂੰਹ 'ਚ ਪੈ ਜੇ ਤੇ ਮੋਤੀ ਬਣ ਜਾਂਦੀ ਹੈ, ਤੇ ਜੇ ਭੁਜੰਗ ਦੇ ਮੂੰਹ 'ਚ ਯਾਨੀ ਸੱਪ ਦੇ ਮੂੰਹ 'ਚ ਪੈ ਜੇ ਤੇ ਜ਼ਹਿਰ ਬਣਦੀ। ਇਹ ਹੈ ਕਿਉਂ? ਪ੍ਰਸ਼ਨ ਹੈ। ਵਾਈ ਇੱਕੋ ਜਗ੍ਹਾ ਤੋਂ ਆਈ ਸਵਾਤੀ ਬੂਦ, ਸਵਾਤੀ ਏਕ, ਤੇ ਤਿੰਨ ਵੱਖੋ ਵੱਖ, ਇੰਨੇ ਕੰਟਰਾਸਟ, ਇੰਨੇ ਵਿਰੋਧੀ ਉਹ ਗੁਣ ਕਿਉਂ ਹੋ ਜਾਂਦੇ ਨੇ? ਸਵਾਤੀ ਏਕ ਗੁਣ ਤੀਨ।
ਔਰ ਉਸ ਦਾ ਉੱਤਰ ਦਿੱਤਾ, ਜੋ ਜੈਸੀ ਸੰਗਤ ਕਰੇ ਤੈਸੋ ਹੀ ਫਲ ਦੀ। ਜਿਹੋ ਜਿਹੀ ਕੋਈ ਸੰਗਤ ਕਰਦਾ ਹੈ ਉਸ ਨੂੰ ਉਹੋ ਜਿਹਾ ਹੀ ਫਲ ਮਿਲਦਾ ਹੈ। ਔਰ ਇੱਥੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਸਾਨੂੰ ਫਰਮਾ ਰਹੇ ਨੇ ਕਿ हे ਸੱਚੇ ਪਾਤਸ਼ਾਹ, ਮੇਰੀ ਸੰਗਤ ਪੋਚ ਪੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕੁਪਾਤੀ। ਮੇਰੇ ਕਰਮ ਮਾੜੇ ਨੇ, ਜਨਮ ਨੂੰ ਮੈਂ ਲਾਜ ਲਾ ਦਿੱਤੀ ਹੈ। ਮਨੁੱਖਾ ਜਨਮ, ਇਹ ਸਤਿਗੁਰੂ ਰਵਿਦਾਸ ਜੀ ਮਾਫ ਕਰਨਾ, ਆਪ ਉਹ ਨਾਰਾਇਣ ਸਨ। ਉਹ ਤੁਹਾਡੀ ਤੇ ਮੇਰੀ ਗੱਲ ਕਰ ਰਹੇ ਨੇ। ਆਪ ਤੇ ਹਰੀ ਹਨ, ਹਰੀ ਦਾ ਰੂਪ, ਹਰੀ ਆਪ ਪ੍ਰਗਟ ਹੁੰਦਾ ਹੈ। ਲੇਕਿਨ ਉਹ ਮੈਨੂੰ ਤੇ ਤੁਹਾਨੂੰ ਸਮਝਾਉਣ ਲਈ ਕਹਿ ਰਹੇ ਨੇ ਤੇ ਕਿ ਸੰਤਾਂ ਦੇ ਕੋਲ ਜਾ ਕੇ ਇਹ ਵੱਡੇ ਬਣ ਕੇ ਨਾ ਜਾਇਓ। ਉੱਥੇ ਬਿਲਕੁਲ ਇਹ ਕਹੋ ਕਿ ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਸੰਤਾਂ ਦੇ ਕੋਲ ਇੱਕੋ ਭਾਵਨਾ ਲੈ ਕੇ ਜਾਣੀ, ਇਹ ਸੱਚੇ ਪਾਤਸ਼ਾਹ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰੋ ਪਾਉ ਡੁੱਬਦੇ ਪਾਥਰ ਤਾਰੇ। ਇਸ ਭਾਵਨਾ ਨੂੰ ਲੈ ਕੇ ਜਾਣਾ। ਔਰ ਮਹਾਰਾਜ ਕਹਿੰਦੇ ਨੇ ਕਿਉਂਕਿ ਮੇਰੀ ਸੰਗਤ ਮਾੜੀ ਹੈ, ਮੇਰੀ ਸੰਗਤ ਪੋਚ ਪੋਚ ਦਿਨ ਰਾਤ ਮੇਰੀ ਸੰਗਤ ਜਿਹੜੀ ਮਾੜੀ ਹੈ, ਇਸ ਵਾਸਤੇ ਮੇਰੇ ਕਰਮ ਵੀ ਮਾੜੇ ਨੇ ਤੇ ਮੇਰਾ ਜਨਮ ਵੀ ਕੁਬਾਤੀ ਹੋ ਗਿਆ। ਇਸ ਵਾਸਤੇ ਅਰਦਾਸ ਕਰਨੀ ਗੁਰੂ ਘਰ ਦੇ ਵਿੱਚ ਆ ਕੇ ਕੇਵਲ ਤੇ ਕੇਵਲ ਇੰਜ ਹੀ ਬਣਦੀ ਹੈ। ਮੈਨੂੰ ਹਜ਼ੂਰ ਜੀਸਸ ਕ੍ਰਾਈਸਟ ਜੀ ਮਹਾਰਾਜ ਦੇ ਵਕਤ ਦੀ ਗੱਲ ਚੇਤੇ ਆਉਂਦੀ ਹੈ। ਜਦੋਂ ਵੀ ਉਹ ਕਿਸੇ ਪਿੰਡ ਜਾਂਦੇ ਸਨ, ਵੱਡੇ ਲੋਕ ਵੀ ਚਾਹੁੰਦੇ ਸਨ, ਕਿਉਂਕਿ ਜਦੋਂ ਨਾ ਕਿਸੇ ਵੀ ਸੰਤ ਦੇ ਨਾਲ 4 ਜੀ ਮੱਥਾ ਟੇਕਣ ਵਾਲੇ ਹੋ ਜਾਣ, ਫਿਰ ਅਮੀਰ ਆਦਮੀ ਵੀ ਘਰ ਸੱਦਦੇ ਨੇ, ਅਦਰਵਾਈਜ਼ ਉਹਨਾਂ ਨੂੰ ਕੋਈ ਨਹੀਂ ਹੁੰਦਾ। ਉਹਨਾਂ ਨੂੰ ਇੰਨਾ ਹੁੰਦਾ ਹੈ ਕਿ ਮੇਰਾ ਪਿੰਡ ਦੇ ਵਿੱਚ ਹੋਰ ਟੌਰ ਬਣੇਗਾ, ਮਾਣ ਵਧੇਗਾ ਕਿ ਮੇਰੇ ਵੀ ਬਾਬਾ ਜੀ ਹੋ ਕੇ ਗਏ ਨੇ। ਔਰ ਜੀਸਸ ਕ੍ਰਾਈਸਟ ਨੂੰ ਖਾਣੇ ਤੇ ਸੱਦਿਆ ਇੱਕ ਅਮੀਰ ਬੰਦੇ ਨੇ, ਪਿੰਡ ਦੇ ਅਮੀਰ ਬੰਦੇ ਨੇ। ਔਰ ਪਤਾ ਲੱਗਿਆ ਸਾਰੇ ਪਾਸੇ ਵੀ ਅੱਜ ਮਹਾਰਾਜ ਜੀ ਨੇ ਉਹਨਾਂ ਦੇ ਉਹ ਸੇਠ ਦੇ ਘਰ ਆਉਣਾ। ਔਰ ਇੱਕ ਔਰਤ ਸੀ ਜਿਸ ਦਾ ਕੰਮ ਬਦਨਾਮੀ ਵਾਲਾ ਸੀ, ਉਸਨੂੰ ਹੀ ਪਤਾ ਲੱਗਾ। ਔਰ ਉਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਬੜੀ ਹੰਬਲ ਹੋ ਕੇ, ਮਨ ਵਿੱਚ ਐਸਾ ਭਾਵ ਹੀ ਲੈ ਕੇ ਕਿ ਮੇਰੀ ਸੰਗਤ ਪੋਚ ਪੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਵਾਲਾ ਗੰਦਾ ਹੈ, ਉਹ ਆਈ। ਪਹਿਲਾਂ ਤੇ ਉਹਨੂੰ ਵੇਖ ਕੇ ਹੀ ਕਈਆਂ ਦੇ ਰੂੜੀਆਂ ਪੈ ਗਈਆਂ ਵੀ ਇਹ ਕਿੱਥੋਂ ਆ ਗਈ। ਔਰ ਫਿਰ ਮਹਾਰਾਜ ਜੀ ਦੇ ਦਰਸ਼ਨ ਕਰਕੇ ਅਜੇ ਉਹਨੇ ਨਾਮ ਪ੍ਰਾਪਤ ਨਹੀਂ ਕੀਤਾ, ਸਿਰਫ ਦਰਸ਼ਨ ਕਰਕੇ ਸੰਤਾਂ ਦੇ ਚਿਹਰੇ ਦੇ ਉੱਤੇ ਨੂਰ ਹੁੰਦਾ, ਨਿਹਾਲ ਹੋ ਗਈ। ਔਰ ਉਹਦੇ ਹੱਥ ਵਿੱਚ ਇੱਕ ਜਾਰ ਸੀ, ਬਹੁਤ ਕੀਮਤੀ ਇਤਰ ਦਾ, ਬਹੁਤ ਹੀ ਫ੍ਰੈਗਰੈਂਸ। ਔਰ ਉਹਨੇ ਐਸੀ ਪ੍ਰੇਮ ਵਿੱਚ ਆਈ ਕਿ ਪੂਰੇ ਦਾ ਪੂਰਾ ਜਾਰ ਮਹਾਰਾਜ ਦੇ ਚਰਨਾਂ ਦੇ ਉੱਤੇ ਉਡੇਲ ਦਿੱਤਾ। ਉਸ ਇਤਰ ਦੇ ਨਾਲ ਮਹਾਰਾਜ ਦੇ ਚਰਨ ਧੋ ਦਿੱਤੇ। ਤੇ ਸਾਧ ਸੰਗਤ ਕੋਲ ਜੂਦਤ ਸੀ, ਉਹਨੇ ਕਿਹਾ ਬਾਬਾ ਜੀ ਤੁਸੀਂ ਇਹਨੂੰ ਰੋਕਦੇ, ਇਹਨੇ ਕਿਉਂ ਵੇਸਟ ਕੀਤਾ? ਇਹ ਜਿੰਨਾ ਮਹਿੰਗਾ ਇਤਰ ਸੀ, ਇੰਨੀ ਕੀਮਤ ਦੇ ਨਾਲ 1 ਮਹੀਨੇ ਦਾ ਖਾਣਾ ਚੱਲ ਸਕਦਾ ਸੀ।
ਵੇਸਟ ਕਰ ਦਿੰਦਾ ਹੈ। ਤੇ ਅੱਗੋਂ ਮਹਾਰਾਜ ਜੀ ਨੇ ਕਿਹਾ, ਤੂੰ ਇਤਰ ਨੂੰ ਦੇਖਣਾ ਪਿਆ, ਮੈਂ ਇਹਦੀ ਭਾਵਨਾ ਨੂੰ ਦੇਖ ਰਿਹਾ। ਤੇ ਉਹ ਜਿਹੜਾ ਸੇਠ ਸੀ ਉਹ ਆਖਣ ਲੱਗਾ, ਇਹ ਬਦਨਾਮ ਔਰਤ ਹੈ। ਮਹਾਰਾਜ ਜੀ ਉਹਨੂੰ ਕਹਿਣ ਲੱਗੇ ਮੈਨੂੰ ਇੱਕ ਜਵਾਬ ਦੇ ਮੇਰੇ ਪ੍ਰਸ਼ਨ ਦਾ। ਕਿਸੇ ਬੰਦੇ ਨੇ ਮੇਰੇ 5 ਦਿਨਾਰ ਦੇਣੇ ਹੋਣ ਤੇ ਉਹ ਮੋੜੇ, ਤੇ ਦੂਜੇ ਬੰਦੇ ਨੇ 50 ਦਿਨਾਰ ਦੇਣੇ ਹੋਣ ਤੇ ਉਹ ਮੋੜੇ, ਤੇ ਕਿਹਦਾ ਮੈਂ ਜ਼ਿਆਦਾ ਧੰਨਵਾਦ ਕਰਾਂਗਾ? ਆਖਣ ਲੱਗਾ, ਜੀ ਨੈਚੁਰਲੀ ਜਿਹਨੇ 50 ਦਿੱਤੇ ਨੇ ਉਹਨੇ ਮੋੜੇ ਨੇ। ਤੇ ਉਹ ਆਖਣ ਲੱਗਾ, ਤੂੰ ਆਪਣੇ ਆਪ ਨੂੰ ਬੜਾ ਵੱਡਾ ਤੇ ਸੱਚਾ ਇਨਸਾਨ ਗਿਣਨਾ। ਗੁਰੂ ਦੇ ਦਰਬਾਰ ਵਿੱਚ ਜਿਹੜਾ ਆਪਣੇ ਆਪ ਨੂੰ ਨੀਵਾਂ ਗਿਣਦਾ, ਜਿਹੜੇ ਆਪਣੇ ਆਪ ਨੂੰ ਮੈਲਾ ਗਿਣਦਾ, ਉਹੀ ਔਰ ਧੋਬੀ ਕੱਪੜੇ ਧੋਣ ਲੱਗਿਆ ਮੈਲ ਕਦੇ ਵੀ ਤੱਕਦਾ ਨਹੀਂ। ਗੁਨਾਹਗਾਰ ਨੂੰ ਬਖਸ਼ਣ ਲੱਗਿਆ ਬਖਸ਼ਣਹਾਰਾ ਥੱਕਦਾ ਨਹੀਂ। ਬਖਸ਼ਣਹਾਰਾ ਉਹ ਕਦੇ ਨਹੀਂ ਥੱਕਦਾ, ਭਾਵੇਂ ਕਿੰਨਾ ਵੀ ਗੁਨਾਹਾਂ ਵਾਲਾ ਬੰਦਾ ਕਿਉਂ ਨਾ ਹੋਵੇ। ਪਰ ਇਤਿਹਾਸ ਦੇ ਵਿੱਚ ਅਸੀਂ ਕਹਿੰਦੇ ਹਾਂ, ਕੌਡਾ ਰਾਖਸ਼ ਸੀ, ਸੱਜਣ ਠੱਗ ਸੀ। ਮੈਨੂੰ ਯਾਦ ਹੈ, ਇੱਕ ਵਾਰੀ ਸੰਤ, ਇੱਕ ਸ਼ਹਿਰ ਹੈ ਸ਼ਾਹਬਾਦ ਮਾਰਕੰਡੇ ਰਿਸ਼ੀ ਉੱਥੋਂ ਦੇ ਹੋਏ ਨੇ, ਔਰ ਹਰਿਆਣੇ ਦਾ ਉਹ ਸ਼ਹਿਰ ਹੈ। ਉਸ ਸ਼ਹਿਰ ਤੋਂ ਬਾਅਦ ਫਿਰ ਅੰਬਾਲਾ ਵਗੈਰਾ ਆਉਂਦਾ ਤੇ ਪੰਜਾਬ ਸ਼ੁਰੂ ਹੁੰਦਾ। ਉੱਥੇ ਸੰਤ ਗਏ ਤੇ ਇੱਕ ਸ਼ਹਿਰ ਦਾ ਬਹੁਤ ਹੀ ਬਦਨਾਮ ਬੰਦਾ ਸੀ, ਉਹ ਵੀ ਉਹਨਾਂ ਨੂੰ ਮੱਥਾ ਟੇਕਣ ਲਈ ਲਾਈਨ ਵਿੱਚ ਖੜਾ ਸੀ। ਔਰ ਜਿਹੜੇ ਉੱਥੋਂ ਦੇ ਮੁਖੀ ਬੰਦੇ ਸੀ, ਇਸ ਤਰ੍ਹਾਂ ਹੀ ਜਿਸ ਤਰ੍ਹਾਂ ਮੈਂ ਜੀਸਸ ਕ੍ਰਾਈਸਟ ਜੀ ਦੀ ਗੱਲ ਸੁਣਾ ਰਿਹਾ, ਉਹਨਾਂ ਕਿਹਾ ਬੰਦੇ ਨੂੰ ਲਾਈਨ ਚੋਂ ਹਟਾਓ, ਇਹਨੂੰ ਭੇਜੋ ਇੱਥੋਂ, ਇਹਦੇ ਨਾਲ ਬਾਬਾ ਜੀ ਬਦਨਾਮ ਹੋ ਜਾਣਗੇ। ਇਹ ਬਹੁਤ ਮਾੜੇ ਖਿਆਲਾਂ ਦਾ ਬੰਦਾ ਹੈ, ਮਾੜੇ ਕਰਮਾਂ ਦਾ ਬੰਦਾ। ਤੇ ਮਹਾਰਾਜ ਤੇ ਜੇ ਪਰਾਂ ਸਨ, ਉਹਨਾਂ ਨੇ ਕੀ ਕਹਿਣਾ, ਉਹਨਾਂ ਤੋਂ ਸੁਣਿਆ ਵੀ ਨਹੀਂ। ਲੇਕਿਨ ਜਿਹੜਾ ਇੱਕ ਸਧਾਰਨ ਜਿਹਾ ਸੇਵਾਦਾਰ ਸੀ ਉਹਨਾਂ ਦਾ, ਉਹ ਆਖਣ ਲੱਗਾ, ਕੀ ਗੱਲ ਕੀਤੀ ਤੁਸੀਂ? ਕਹਿੰਦੇ, ਜਿਸ ਡਾਕਟਰ ਦੇ ਕੋਲ ਮਰੀਜ਼ ਆਣੇ ਸ਼ੁਰੂ ਹੋ ਜਾਣ ਹਾਰਟ ਪ੍ਰੋਬਲਮ ਵਾਲੇ, ਕੈਂਸਰ ਵਾਲੇ, ਕਿਡਨੀ ਵਾਲੇ, ਉਹਦੀ ਕਿਉਂ ਬਦਨਾਮੀ ਹੋਏਗੀ? ਉਹਦਾ ਦੇ ਨਾਂ ਰੌਸ਼ਨ ਹੋਏਗਾ ਕਿ ਵੇਖੋ ਵੱਡੇ ਵੱਡੇ ਬਿਮਾਰ ਬੰਦੇ ਵੀ ਆਉਂਦੇ ਨੇ। ਸੋ ਇਸ ਵਾਸਤੇ ਗੁਰਮੁਖੋ ਪਿਆਰਿਓ, ਸਤਿਗੁਰੂ ਇੱਕ ਐਸੀ ਸ਼ਕਤੀ ਹੈ ਜਿਹੜਾ ਸਾਰੇ ਪਾਪਾਂ ਗੁਨਾਹਾਂ ਨੂੰ ਮਾਫ ਕਰ ਸਕਦਾ। ਔਰ ਜੀਸਸ ਕ੍ਰਾਈਸਟ ਨੇ ਕਿਹਾ, ਦੇਖ ਤੂੰ ਇਹਨੂੰ ਬਦਨਾਮ ਔਰਤ ਕਹਿੰਦਾ ਪਿਆ, ਤੇਰੇ ਘਰ ਮੈਂ ਆਇਆ, ਤੂੰ ਤੇ ਪਾਣੀ ਨਾਲ ਵੀ ਮੇਰੇ ਪੈਰ ਨਹੀਂ ਧੋਤੇ, ਇਹਨੇ ਇਤਰ ਨਾਲ ਧੋ ਦਿੱਤੇ ਨੇ। ਤੂੰ ਕਹਿੰਦਾ ਮੈਨੂੰ ਗੋਡਿਆਂ ਨੂੰ ਵੀ ਹੱਥ ਨਹੀਂ ਲਾਇਆ, ਇਹਨੇ ਰੋ ਰੋ ਕੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਧੋ ਦਿੱਤੇ ਨੇ। ਇਸ ਵਾਸਤੇ ਗੁਰਮੁਖੋ ਪਿਆਰਿਓ, ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ਇਹ ਸ਼ਬਦ ਸਾਨੂੰ ਪ੍ਰੇਰਨਾ ਦਿੰਦਾ ਹੈ ਕਿ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਔਰ ਮੇਰਾ ਕਰਮ ਕੁਟਲਤਾ ਜਨਮ ਕੁਬਾਤੀ। ਔਰ ਇਸ ਵਾਸਤੇ ਜਦੋਂ ਐਸੀ ਭਾਵਨਾ ਨਾਲ ਅਸੀਂ ਗੁਰੂ ਦਰਬਾਰ ਵਿੱਚ ਪਹੁੰਚਦੇ ਹਾਂ, ਫਿਰ ਇਹ ਅਰਦਾਸ ਕਰਨੇ, ਰਾਮ ਗੁਸਈਆ ਜੀ ਕੇ ਜੀਵਨਾ, ਤੂੰ ਹੀ ਮੇਰਾ ਗੁਸਾਈ ਹੈ ਸਤਿਗੁਰੂ, ਤੂੰ ਹੀ ਹੈ। ਜਦੋਂ ਇਹ ਕਹਿੰਦੇ ਆ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਨ ਹਮਾਰੇ, ਦਇਆ ਕਰੋ ਕਿਛ ਮੇਰ ਪਾਓ ਡੁੱਬਦੇ ਪਾਥਰ ਤਾਰੇ, ਜਦੋਂ ਅਸੀਂ ਇਹ ਆਖਦੇ ਹਾਂ ਤੇ ਫਿਰ ਸੰਤ ਜਨੋ ਪਸੀਜ ਜਾਂਦਾ ਗੁਰੂ। ਇੱਕ ਵਾਰੀ ਮੱਥਾ ਟੇਕੇ ਤੇ ਸਹੀ, ਮੱਥੇ ਦੀਆਂ ਲਕੀਰਾਂ ਬਦਲ ਕੇ ਰੱਖ ਦਿੰਦਾ। ਇਹ ਕੇਵਲ ਸ਼ਾਸਤਰਾਂ ਵਿੱਚ ਨਹੀਂ ਲਿਖਿਆ, ਅੱਖੀਂ ਦੇਖੀਆਂ ਗੱਲਾਂ।
नीचों ऊंच करे मेरा गोबंद। ये केवल बाणी नहीं है, करदा है। संत कर देंगे काहू ते नटैसी लाल तुद बिन कमन करे। ये एवें गल्लां नहीं है ने, करदे ने। गुरु हर युग विच करदा है। ਜਦੋਂ ਵੀ ਕੋਈ ਆਂਦਾ ਹੈ ਗੁਰਸਿੱਖ ਔਰ ਬੜੇ ਭਾਵਨਾ ਦੇ ਨਾਲ ਆ ਕੇ ਜਦੋਂ ਕਹਿੰਦਾ ਅਸੀਂ ਲਾਲ ਤੁਧ ਬਿਨ ਕਮਨ ਕਰੇ, ਇਹ ਕਰਦਾ ਫਿਰ ਗਰੀਬ ਨਵਾਜ ਗੁਸਈਆਂ ਮੇਰਾ ਮਾਥੇ ਛਤਰ ਕਰੇ। ਇਹ ਧਰ ਦਿੰਦਾ। ਵੇਖਿਆ ਰਾਜੇ ਮਹਾਰਾਜਿਆਂ ਦਾ ਕੋਈ ਮੰਦਰ ਨਹੀਂ ਬਣਿਆ ਹੋਇਆ। ਕਿਸੇ ਇੱਕ ਅੱਧੇ ਦਾ ਜਿਹੜਾ ਕੋਈ ਚੰਗਾ ਧਰਮੀ ਹੋਇਆ ਉਹਦਾ ਹੋਏਗਾ, ਲੇਕਿਨ ਫਕੀਰਾਂ ਦੇ ਮੰਦਰ ਬਣੇ ਪਏ ਨੇ, ਫਕੀਰਾਂ ਦੇ ਨਾਂ ਤੇ ਤੀਰਥ ਬਣੇ ਪਏ ਨੇ। ਜਿਨ੍ਹਾਂ ਦੇ ਘਰ ਰਾਤ ਦੀ ਰੋਟੀ ਹੁੰਦੀ ਸੀ, ਸਵੇਰ ਦੀ ਫਿਰ ਨਹੀਂ ਸੀ ਹੁੰਦੀ, ਅੱਜ ਉਹਨਾਂ ਦੀ ਪੂਜਾ ਹੁੰਦੀ ਹੈ ਜਗ੍ਹਾ ਜਗ੍ਹਾ ਤੇ। ਸੋ ਸਤਿਗੁਰੂ ਫਰਮਾਉਂਦੇ ਰਾਮ ਗੁਸਈਆਂ ਜੀ ਕੇ ਜੀਵਨਾ, ਮੋਹ ਨਾ ਵਿਸਾਰੋ ਮੈਂ ਜਨ ਤੇਰਾ। ਕਰਕੇ ਤੇ ਵੇਖੋ, ਇੱਕ ਵਾਰੀ ਕਰਕੇ ਤੇ ਵੇਖੋ, ਕਹਿ ਕੇ ਤੇ ਵੇਖੋ, ਮੋਹ ਨਾ ਵਿਸਾਰੋ ਸੱਚੇ ਪਾਤਸ਼ਾਹ ਮੈਂ ਤੇਰਾ ਹੀ ਜਾਣਾ। ਜਦੋਂ ਅਸੀਂ ਇੱਕ ਦੇ ਬਣ ਜਾਂਦੇ ਹਾਂ, ਇੱਕ ਦੇ ਉੱਤੇ ਡੋਰ ਆਪਣੀ ਛੱਡ ਦਿੰਦੇ ਹਾਂ, ਇਹ ਨਹੀਂ। ਕੁਰਾਨੇ ਪਾਕ ਦੇ ਵਿੱਚ ਅੱਲਾਹ ਤਾਲਾ ਨੂੰ ਲਾ ਸ਼ਰੀਕ ਕਿਹਾ ਗਿਆ। ਪਾਪੀ ਤੋਂ ਪਾਪੀ ਬੰਦਾ ਖੁਦਾ ਨੂੰ ਪਸੰਦ ਹੈ, ਮਾੜੇ ਤੋਂ ਮਾੜੇ ਦਾ ਪਾਰ ਉਤਾਰ ਕਰ ਦਿੰਦਾ, ਲੇਕਿਨ ਖੁਦਾ ਨੂੰ ਸ਼ਰੀਕ ਨਹੀਂ ਪਸੰਦ। ਇਹ ਧਿਆਨ ਨਾਲ ਸੁਣ ਲਿਓ, ਸ਼ਰੀਕ ਨਹੀਂ ਪਸੰਦ। ਇਹ ਨਹੀਂ ਕਿ ਮਹਾਰਾਜ ਰਵਿਦਾਸ ਜੀ ਦੀ ਬਾਣੀ ਵੀ ਪੜ੍ਹ ਲਈ, ਹੋਰ ਦੀ ਪੜ੍ਹ ਲਈ, ਲੇਕਿਨ ਅਮਲ ਕਰਨ ਦੀ ਗੱਲ ਹੈ। ਸਾਰੀਆਂ ਬਾਣੀਆਂ, ਈਵਨ ਕੁਰਾਨੇ ਪਾਕ ਮੇਰੇ ਘਰ ਪਿਆ, ਪੜ੍ਹਦਾ ਹਾਂ। ਹਦੀਸਾਂ ਵੀ ਨੇ, ਹਦਾਇਤਾਂ ਯਾਨੀ ਜੀਵਨ ਕਿਵੇਂ ਜੀਵਨਾ ਹੈ ਉਹ ਹੈ ਨਾ, ਲੇਕਿਨ ਵਿਸ਼ਵਾਸ ਇੱਕ ਤੇ, ਵਿਸ਼ਵਾਸ ਇੱਕ ਤੇ ਜਿਸ ਨੇ ਮੈਨੂੰ ਬ੍ਰਹਮ ਨਾਲ ਜੋੜਿਆ, ਜਿਹਨੇ ਮੇਰਾ ਭਰਮ ਘਰ ਤੋੜਿਆ, ਭਰਮਾਂ ਨੂੰ ਤੋੜ ਦਿੱਤਾ ਜਿਹਨੇ। ਸਦੀਆਂ ਪਹਿਲਾਂ ਜਿਨ੍ਹਾਂ ਦੇ ਟੁੱਟੇ ਉਹਨਾਂ ਨੇ ਕਿਹਾ, ਤੇ ਗੱਲ ਤੇ ਹੁਣ ਮੇਰੀ ਹੈ, ਤੁਹਾਡੀ ਹੈ। ਜਿਸ ਨੂੰ ਵੀ ਇਹ ਚੀਜ਼ ਚਾਹੀਦੀ ਹੈ ਇਹ ਕਵੇ ਮੋਹ ਨਾ ਵਿਸਾਰੋ ਮੈਂ ਜਨ ਤੇਰਾ। एक को जानो, एक को मानो और एक हो जाओ। साध संगत ਇਹਨੂੰ ਹੀ ਅੰਦਰ ਦੀ ਸੁੰਦਰਤਾ ਕਹਿੰਦੇ ਨੇ। ਮੈਂ ਕਈ ਸੰਤਾਂ ਦੇ ਆਸ਼ਰਮ ਦੇਖੇ ਨੇ, ਬਾਹਰੋਂ ਕੱਖਾਂ ਦੀ ਕੁੱਲੀ ਹੁੰਦੀ ਹੈ, ਕੱਖਾਂ ਦੀ ਉਹ ਕੁੱਲੀ ਚੰਗੀ ਜਿੱਥੇ ਸਤਿਗੁਰ ਰਹਿੰਦਾ ਹੈ, ਜਿੱਥੇ ਵੀ ਸੰਤ ਰਹਿੰਦੇ ਨੇ। ਸੰਤਨ ਕੀ ਕੁਟਿਆ ਪਲੀ ਪੱਠ ਕੋ ਸੱਤੀ ਗਾਂ। ਕੋਈ ਪਿੰਡ ਦਾ ਮਾਲਕ ਹੋਏ ਕਹਿੰਦੇ ਪੱਠੀ ਚ ਪਾਓ, ਸੰਤਾਂ ਦੀ ਕੁਟਿਆ ਚੰਗੀ ਹੈ ਉਹਦੇ ਨਾਲੋਂ। ਇਸ ਵਾਸਤੇ ਅਸੀਂ ਕਿਉਂ ਨਾ ਐਸਾ ਜੀਵਨ ਜੀਵੀਏ। ਕਿਸੇ ਸੰਤ ਨੂੰ ਪੁੱਛਿਆ ਕਿ ਮਾਰੇ ਦਿਨ ਕਿਵੇਂ ਕਰਦੇ ਹੋ, ਤੂੰ ਕਿਵੇਂ ਦਿਨ ਪੂਰਾ ਕਰਦੇ ਹੋ? ਉਹਨੇ ਕਿਹਾ ਜਦੋਂ ਮੈਂ ਨਵਾਂ ਦਿਨ ਮੈਨੂੰ ਮਿਲਦਾ ਹੈ ਤੇ ਮੈਂ ਸੋਚਣਾ ਕਿ ਇਹ ਮੇਰਾ ਪਹਿਲਾ ਤੇ ਆਖਰੀ ਦਿਨ ਹੈ। ਜਰਾ ਯਾਦ ਕਰੀਏ, ਜਦੋਂ ਪਹਿਲੀ ਵਾਰੀ ਕਿਸੇ ਨੂੰ ਮਿਲਨੇ ਆ ਤੇ ਕਿੰਨੀ ਸ਼ਰਧਾ ਤੇ ਕਿੰਨੇ ਪਿਆਰ ਨਾਲ ਮਿਲਦੇ। ਤੇ ਫਿਰ ਜੇ ਕਿਤੇ ਇਹ ਪਤਾ ਲੱਗ ਜੇ, ਇੱਥੇ ਯੂਕੇ ਵਿੱਚ ਸ਼ੇਕਸਪੀਅਰ ਜੀ ਹੋਏ ਨੇ ਜਿਨ੍ਹਾਂ ਦੀਆਂ ਕਿਤਾਬਾਂ ਯੂਨੀਵਰਸਿਟੀਆਂ ਵਿੱਚ ਲੱਗੀਆਂ। ਸਟੈਟਫੋਰਡ ਇੱਕ ਸ਼ਹਿਰ ਹੈ, ਉੱਥੋਂ ਦੇ ਹੋਏ ਨੇ।
ਉਹਨਾਂ ਦੀ ਯਾਦ ਵਿੱਚ ਉੱਥੇ ਉਹਨਾਂ ਦਾ ਘਰ ਵੀ ਜਿੱਥੇ ਰਹਿੰਦੇ ਸਨ ਉਹ ਵੀ ਹੈ, ਵੇਖਿਆ ਮੈਂ ਵੀ। ਉਹਨਾਂ ਨੇ ਆਪਣੀ ਇੱਕ ਕਿਤਾਬ 'ਚ ਲਿਖਿਆ, ਔਰ ਇਹ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਜੇ ਮੈਨੂੰ ਪਤਾ ਹੁੰਦਾ ਕਿ ਮੇਰੇ ਮਿੱਤਰ ਨੇ ਅੱਜ ਰਾਤ ਨੂੰ ਪੂਰੇ ਹੋ ਜਾਣਾ ਤੇ ਸਵੇਰੇ ਮੈਂ ਉਹਨਾਂ ਨਾਲ ਲੜਦਾ ਨਾ। ਹੈ ਕਿਸੇ ਨੂੰ ਪਤਾ ਕਿ ਸ਼ਾਮ ਨੂੰ ਮੈਂ ਵੀ ਪੂਰਾ ਹੋ ਜਾਣਾ ਕਿ ਨਹੀਂ ਹੋਣਾ, ਜਾਂ ਮੇਰੇ ਕਿਸੇ ਜਿਹਦੇ ਨਾਲ ਮੈਂ ਲੜ ਰਿਹਾ ਕਿਤੇ ਉਹ ਹੀ ਨਾ ਪੂਰਾ ਹੋ ਜਾਏ। ਉਹਨਾਂ ਕਿਹਾ ਕਿ ਜੇ ਮੈਨੂੰ ਪਤਾ ਹੁੰਦਾ ਕਿ ਸ਼ਾਮ ਨੂੰ ਮੇਰੇ ਮਿੱਤਰ ਨੇ ਪੂਰੇ ਹੋ ਜਾਣਾ ਤੇ ਅੱਜ ਸਵੇਰੇ ਮੈਂ ਉਹਦੇ ਨਾਲ ਕਦੇ ਨਾ ਲੜਦਾ। ਕਿਸੇ ਨੂੰ ਨਹੀਂ ਪਤਾ। ਔਰ ਉਹ ਸੰਤਾਂ ਨੇ ਕਿਹਾ ਜਦੋਂ ਦਿਨ ਚੜ੍ਹਦਾ ਤੇ ਮੈਂ ਇੰਝ ਦਿਨ ਬਿਤਾਨਾ ਕਿ ਅੱਜ ਮੇਰਾ ਪਹਿਲਾ ਦਿਨ ਹੈ ਜ਼ਿੰਦਗੀ ਦਾ, ਔਰ ਸ਼ਾਮ ਨੂੰ ਜਦੋਂ ਹੁੰਦਾ ਤੇ ਮੈਂ ਇਸ ਤਰ੍ਹਾਂ ਸੋਚਣਾ ਕਿ ਇਹ ਆਖਰੀ ਦਿਨ ਹੈ, ਕੋਈ ਪਤਾ ਨਹੀਂ, ਕਿਉਂਕਿ ਮੌਤ ਇੱਕ ਲੰਬੀ ਨੀਂਦ ਹੈ ਤੇ ਨੀਂਦ ਇੱਕ ਛੋਟੀ ਮੌਤ ਹੈ। ਫਿਰ ਉਹਨਾਂ ਕਿਹਾ ਜਿਸ ਨੂੰ ਮਿਲਦਾ ਮੈਂ ਸਿਰਫ ਇਸੇ ਭਾਵ ਨਾਲ ਮਿਲਦਾ ਕਿ ਮਿਲਣੀ ਮੇਰੀ ਇੰਝ ਹੋਵੇ ਜਿਵੇਂ ਪਹਿਲੀ ਵਾਰੀ ਮਿਲਿਆ, ਔਰ ਜਦੋਂ ਮੈਂ ਉਹ ਜਾਣ ਲੱਗਣ ਤੇ ਇੰਝ ਹੈ ਵੀ ਸ਼ਾਇਦ ਅਸੀਂ ਅਖੀਰਲੀ ਵਾਰੀ ਮਿਲ ਰਹੇ, ਕੋਈ ਪਤਾ ਨਹੀਂ ਹੈ। ਉਹ ਫਿਰ ਉਹ ਕਹਿੰਦਾ ਜਦ ਮੈਂ ਸਤਸੰਗ ਵੀ ਕਰਦਾ ਤੇ ਇਹ ਉਹ ਵੀ ਮੈਂ ਇੰਝ ਹੀ ਕਰਦਾ ਕਿ ਸ਼ਾਇਦ ਮੈਂ ਪਹਿਲੀ ਵਾਰੀ ਆਇਆ ਤੇ ਕਿਤੇ ਅਖੀਰੀ ਵਾਰ ਨਾ ਹੋਵੇ। ਇਸ ਲਈ ਜੋ ਜੋ ਬਚਨ ਆਉਂਦੇ ਨੇ ਸੰਤਾਂ ਦੇ ਉਹ ਮੈਂ ਇਸੇ ਭਾਵ ਨਾਲ ਸੁਣਦਾ ਹਾਂ ਕਿਤੇ ਅਖੀਰੀ ਵਾਰ ਹੀ ਨਾ ਹੋਵੇ। ਔਰ ਫਿਰ ਉਹਨਾਂ ਕਿਹਾ ਜੋ ਵੀ ਕੰਮ ਕਰਦਾ ਹਾਂ ਖੁਸ਼ੀ ਨਾਲ ਕਰਦਾ ਹਾਂ, ਜੀ ਜਾਨ ਨਾਲ ਕਰਦਾ ਹਾਂ, ਕਿਉਂਕਿ ਪਤਾ ਨਹੀਂ ਫਿਰ ਮੌਕਾ ਮਿਲੇ ਕਿ ਨਾ ਮਿਲੇ। ਇਹਨਾਂ ਦਿਨਾਂ ਦੇ ਵਿੱਚ ਹੁਣ ਅਸੀਂ ਰੋਜ਼ ਦੇਖਦੇ ਹਾਂ, ਕੋਈ ਪਤਾ ਨਹੀਂ ਇਸ ਭਾਂਡੇ ਕਾ ਕਿਆ ਭਰੋਸਾ ਇਤਨਾ ਕੁ ਲਾਗੇ ਠਿਣਕਾ, ਕੋਈ ਪਤਾ ਨਹੀਂ ਸਾਧ ਸੰਗਤ ਸਾਨੂੰ। ਇਸ ਲਈ ਕਿਤਨਾ ਸੁੰਦਰ ਇਸ ਭਾਵ ਨਾਲ ਜਦੋਂ ਅਸੀਂ ਜੀਵੀਏ ਕਿੰਨਾ ਸੁੰਦਰ ਸਾਡਾ ਜੀਵਨ ਹੋ ਸਕਦਾ। ਫਿਰ ਉਹਨਾਂ ਕਿਹਾ ਪਰਮਾਤਮਾ ਦੀ ਸਾਰੀ ਪ੍ਰਕਿਰਤੀ ਨੂੰ ਉਸਤਤ ਕਰਨ ਲਈ ਵੇਖਦਾ ਜਿਵੇਂ ਪਹਿਲੀ ਤੇ ਆਖਰੀ ਵਾਰ। ਸਾਧ ਸੰਗਤ ਸਾਡਾ ਕੋਈ ਹੱਕ ਨਹੀਂ, ਇਹ ਸਾਰੀ ਪ੍ਰਕਿਰਤੀ ਪ੍ਰਭੂ ਨੇ ਕਿੰਨੀ ਸੁੰਦਰ ਬਣਾਈ ਹੈ, ਔਰ ਇਸੇ ਧਰਤੀ ਤੇ ਸਭ ਤੋਂ ਪਹਿਲਾਂ ਤੇ ਅਸੀਂ ਇਹਦਾ ਧੰਨਵਾਦ ਕਰੀਏ ਕਿ ਜੇ ਫਰਜ਼ ਕੀਤਾ ਕਿਸੇ ਹੋਰ ਧਰਤੀ ਦੇ ਉੱਤੇ ਸਾਨੂੰ ਭੇਜ ਦਿੰਦਾ, ਸਾਨੂੰ ਉਸ ਧਰਤੀ ਤੇ ਭੇਜਿਆ ਇਸਨੇ। ਚੰਦਰਮਾ ਤੇ ਵੀ ਫੋਟੋ ਆ ਗਈਆਂ ਸਾਡੇ ਕੋਲ, ਧਰੂ ਤਾਰੇ ਦੀਆਂ ਵੀ ਆ ਗਈਆਂ, ਮਾਰਸ ਦੀਆਂ ਹੋਰ ਕਈ ਪਲੈਨਟ ਦੀਆਂ ਅਸੀਂ ਫੋਟੋ ਦੇਖ ਲਈਆਂ। ਕੋਈ ਵੀ ਧਰਤੀ ਵਸੇਂਦਾ ਉੱਥੇ ਕੋਈ ਵਸੇਬਾ ਨਹੀਂ ਹੈ। ਅਸੀਂ ਸ਼ੁਕਰ ਕਰੀਏ ਮਾਲਕ ਦਾ ਕਿ ਸਾਨੂੰ ਇਸ ਧਰਤੀ ਤੇ ਪੈਦਾ ਕੀਤਾ ਸੂ। ਔਰ ਹੋਰ ਕਿਉਂ ਸ਼ੁਕਰ ਕਰੀਏ, ਕਿਉਂਕਿ ਇਸੇ ਧਰਤੀ ਤੇ ਗੁਰੂ ਪੀਰ ਆਉਂਦੇ ਨੇ, ਹੋਰ ਕਿਸੇ ਧਰਤੀ ਤੇ ਨਹੀਂ। ਮਨੁੱਖਾ ਜਨਮ ਦਾ ਜਿਹੜਾ ਸਾਡਾ ਫਰਜ਼ ਹੈ ਪੂਰਾ ਕਰਨਾ, ਹਰੀ ਦੀ ਪ੍ਰਾਪਤੀ ਕਰਨੀ, ਗੁਰੂ ਦੀ ਪ੍ਰਾਪਤੀ ਕਰਨੀ, ਉਹ ਸਿਰਫ ਇਸੇ ਧਰਤੀ ਤੇ ਹੋ ਸਕਦਾ ਹੈ, ਚੰਦਾ ਮਾਮਾ ਤੇ ਵੀ ਨਹੀਂ, ਨਾ ਧਰੂ ਤਾਰੇ ਤੇ ਜਿਨ੍ਹਾਂ ਦੀ ਲੋਕ ਪੂਜਾ ਕਰਦੇ ਨੇ ਉੱਥੇ ਵੀ ਨਹੀਂ। ਮਨੁੱਖਾ ਜਨਮ ਦਾ ਜੋ ਮੰਤਵ ਹੈ ਉਹ ਪੂਰਾ ਸਿਰਫ ਇਸ ਧਰਤੀ ਤੇ ਹੋ ਸਕਦਾ, ਕਿਉਂਕਿ ਇਸੇ ਧਰਤੀ ਤੇ ਸੰਤ ਮਹਾਂਪੁਰਸ਼ ਗੁਰੂ ਪੀਰ ਪੈਗੰਬਰ ਸਾਰੇ ਪ੍ਰਗਟ ਹੁੰਦੇ, ਸਾਰੇ ਦੇਵੀ ਦੇਵਤਾ ਇੱਥੇ ਪ੍ਰਗਟ ਹੁੰਦੇ ਨੇ। ਔਰ ਫਿਰ ਇਸ ਕਰਕੇ ਪ੍ਰਮਾਤਮਾ ਦੀ ਉਸਤਤ ਕਰੀਏ। ਔਰ ਫਿਰ ਕਹਿੰਦੇ ਮੈਂ ਹਮੇਸ਼ਾ ਉਸੇ ਦਿਨ ਲਈ ਜਿਉਣਾ ਜਿਹੜਾ ਦਿਨ ਅੱਜ ਦਾ ਹੈ। ਦੁਨੀਆ ਸਾਰੀ ਭਰਮਾਂ 'ਚ ਪਈ ਹੈ, ਕੱਲ ਕਰ ਲਾਂਗੇ, ਅਗਲੇ ਸਾਲ ਕਰ ਲਾਂਗੇ, ਉਹ ਤੋਂ ਅਗਲੇ ਕਰ ਲਾਂਗੇ, ਪਰ ਪਤਾ ਹੀ ਅਗਲਾ ਸਾਲ ਆਉਣਾ ਕਿ ਨਹੀਂ ਆਉਣਾ। ਜਿਸ ਨੂੰ ਵਰਤਮਾਨ ਵਿੱਚ ਜੀਣਾ ਆ ਜਾਂਦਾ ਹੈ ਉਹਦੇ ਵਰਗਾ ਕੋਈ ਸਿਆਣਾ ਨਹੀਂ, ਉਹਦੇ ਵਰਗਾ ਕੋਈ ਸ਼ਾਹ ਨਹੀਂ, ਉਹਦੇ ਵਰਗਾ ਕੋਈ ਐਸਾ PhDਆਂ ਕੀਤੀਆਂ ਨਹੀਂ ਹੋ ਸਕਦਾ ਜਿਹਨੂੰ
ਵਰਤਮਾਨ ਵਿੱਚ ਪ੍ਰੈਜ਼ੈਂਟ ਵਿੱਚ ਜਿਉਣਾ ਆ ਜਾਂਦਾ ਹੈ। ਪ੍ਰੈਜ਼ੈਂਟ ਆ ਹੁਣ ਕ੍ਰਿਸਮਸ ਤੇ ਪ੍ਰੈਜ਼ੈਂਟ ਦਿੱਤੇ ਨਾ ਸਾਰਿਆਂ ਨੂੰ, ਉਹ ਦਿਨ ਦਿਹਾੜ ਤੇ ਦਿੰਨੇ ਆ, ਤੇ ਅੱਜ ਦਾ ਦਿਨ ਜਿਹੜਾ ਹੈ ਇਹਨੂੰ ਅਸੀਂ ਪ੍ਰੈਜ਼ੈਂਟ ਕਹਿੰਦੇ ਆ। ਪ੍ਰੈਜ਼ੈਂਟ ਹੈ, ਇੱਕ ਗਿਫਟ ਹੈ ਜੋ ਮਾਲਕ ਨੇ ਬਖਸ਼ਿਆ ਹੈ, ਔਰ ਇਸ ਨੂੰ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਹੁਕਮਨਾਮੇ ਅਨੁਸਾਰ ਅਸੀਂ 4 ਚੰਨ ਲਗਾ ਸਕਦੇ ਹਾਂ। ਮਹਾਰਾਜ ਕਹਿੰਦੇ ਨੇ, ਮੋਏ ਨਾ ਵਿਸਾਰੂ ਮੈਂ ਜਨ ਤੇਰਾ, ਹੇ ਸੱਚੇ ਪਾਤਸ਼ਾਹ ਮੈਨੂੰ ਵਿਸਾਰੀ ਨਾ, ਮੈਂ ਕਿਉਂਕਿ ਤੇਰਾ ਜਨ ਆ। ਸਾਧ ਸੰਗਤ ਆਓ ਕਿ ਇਸ ਸੱਚਾਈ ਨੂੰ ਅਸੀਂ ਸਮਝੀਏ। ਔਰ ਫਿਰ ਮਹਾਰਾਜ ਕਹਿੰਦੇ, ਮੇਰੀ ਹਰੋ ਵਿਪਤ ਜਨ ਕਰੋ ਸੁਭਾਈ। ਮੇਰੀ ਵਿਪਤਾ ਜਿਹੜੀ ਹੈ, ਸਭ ਤੋਂ ਵੱਡੀ ਵਿਪਤਾ ਤੇ ਜਨਮ ਮਰਨੀ ਹੈ। ਇਹ ਸੱਚੇ ਪਾਤਸ਼ਾਹ ਮੇਰੀ ਹਰ ਦਿਓ। ਔਰ ਗੁਰਮੁਖੋ ਪਿਆਰਿਓ, ਦੁਨੀਆ ਦਾ ਕੋਈ ਪ੍ਰਧਾਨ ਮੰਤਰੀ, ਕੋਈ ਰਾਸ਼ਟਰਪਤੀ ਸਾਡੀ ਇਸ ਵਿਪਤਾ ਨੂੰ ਨਹੀਂ ਜੇ ਹਰ ਸਕਦਾ। ਜਨਮ ਮਰਨ ਕੇ ਮਿਟੇ ਅੰਦੇਸੇ ਕਦੋਂ, ਸਾਫ ਹੈ ਸਾਧੂ ਕੇ ਪੂਰਨ ਉਪਦੇਸ਼। ਜਦੋਂ ਸਾਧੂ ਦਾ ਪੂਰਨ ਉਪਦੇਸ਼, ਇੱਕ ਹਰੀ ਦਾ ਬੋਧ, ਇੱਕ ਹਰੀ ਦਾ ਗਿਆਨ ਸਾਨੂੰ ਪ੍ਰਾਪਤ ਹੋ ਜਾਂਦਾ ਹੈ, ਇਸ ਵਾਸਤੇ ਇਹ ਹੈ ਵੱਡੀ ਵਿਪਤਾ। ਗੁਰੂ ਕੋਲ ਜਾ ਕੇ ਅਸੀਂ ਇਹੀ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਮੇਰੀ ਹਰੋ ਵਿਪਤ ਜਨ ਕਰੋ ਗੁਸਾਈ ਸੁਭਾਈ। ਇਹਨੂੰ ਸ਼ੋਭਾਵਾਨ ਕਰ ਦਿਓ, ਮੇਰੀ ਲਾਈਫ ਨੂੰ ਸੌਖਾ ਕਰ ਦਿਓ, ਵਿਪਤਾ ਦੂਰ ਕਰ ਦਿਓ। ਕਿਉਂਕਿ ਮਹਾਂਪੁਰਸ਼ ਕਹਿੰਦੇ ਨੇ, ਹਨੇਰੇ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਹਨੇਰਾ ਉਂਝ ਕੋਈ ਐਗਜ਼ਿਸਟ ਨਹੀਂ ਕਰਦਾ। ਰੌਸ਼ਨੀ ਦਾ ਨਾ ਹੋਣਾ ਹਨੇਰਾ ਹੈ। ਹੁਣ ਧਰਤੀ, ਹੁਣ ਤੇ ਬੱਚੇ ਪੜ੍ਹ ਲਿਖ ਗਏ ਨੇ, ਧਰਤੀ ਘੁੰਮਦੀ ਹੈ। ਧਰਤੀ ਦਾ ਜਿਹੜਾ ਹਿੱਸਾ, ਸੂਰਜ ਨਹੀਂ ਘੁੰਮਦਾ, ਸੂਰਜ ਦੇ ਸਾਹਮਣੇ ਜਿਹੜਾ ਧਰਤੀ ਦਾ ਹਿੱਸਾ ਹੁੰਦਾ ਹੈ, ਉੱਥੇ ਰੌਸ਼ਨੀ ਹੁੰਦੀ ਹੈ। ਔਰ ਜਿਹੜਾ ਦੂਜੇ ਪਾਸੇ ਹੋ ਜਾਂਦਾ, ਕਿਉਂਕਿ ਘੁੰਮਦੀ ਹੈ, ਉੱਥੇ ਹਨੇਰਾ ਹੋ ਜਾਂਦਾ। ਯਾਨੀ ਰੌਸ਼ਨੀ ਦਾ ਨਾ ਹੋਣਾ ਅੰਧੇਰਾ ਹੈ, ਅੰਧੇਰਾ ਉਂਝ ਹੈ ਨਹੀਂ। ਉਹ ਦੱਸ ਦਿੰਦਾ ਕਿ ਹਨੇਰੇ ਨੇ ਇੱਕ ਵਾਰੀ ਰੱਬ ਦੇ ਦਰਬਾਰ 'ਚ ਬੇਨਤੀ ਕੀਤੀ, ਮਹਾਰਾਜ ਮੈਨੂੰ ਸੂਰਜ ਬਹੁਤ ਤੰਗ ਕਰਦਾ। ਕਹਿੰਦਾ ਬਹੁਤ ਤੰਗ ਕਰਦਾ, ਕਹਿੰਦਾ ਮੇਰੇ ਪਿੱਛੇ ਹੀ ਪਿਆ ਰਹਿੰਦਾ, ਮੈਨੂੰ ਜੀਣ ਹੀ ਨਹੀਂ ਦਿੰਦਾ। ਰੱਬ ਨੇ ਕਿਹਾ ਬੁਲਾਓ ਬਈ ਸੂਰਜ ਨੂੰ। ਸੂਰਜ ਨੂੰ ਬੁਲਾਇਆ, ਕਹਿਣ ਲੱਗੇ ਬਈ ਇਹ ਹਨੇਰਾ ਇੱਕ ਸ਼ਿਕਾਇਤ ਆਈ ਹੈ ਵੀ ਤੂੰ ਉਹਨੂੰ ਜਿਉਣ ਨਹੀਂ ਦਿੰਦਾ। ਤੇ ਸੂਰਜ ਕਹਿੰਦਾ ਜੀ ਕਿੱਥੇ ਹਨੇਰਾ, ਲਿਆਓ ਮੈਂ ਮਾਫੀ ਮੰਗਣਾ, ਮੈਂ ਤੇ ਅਜੇ ਤੱਕ ਉਹਨੂੰ ਮਿਲਿਆ ਹੀ ਨਹੀਂ, ਮੈਂ ਤੇ ਦੇਖਿਆ ਹੀ ਨਹੀਂ। ਸਾਧ ਸੰਗਤ ਹਨੇਰਾ ਕਿੱਥੇ ਸੀ, ਹੈ ਹੀ ਨਹੀਂ। ਜਦੋਂ ਸੂਰਜ ਆ ਗਏ ਹਨੇਰਾ ਕਿੱਥੇ ਹੁੰਦਾ। ਸੂਰਜ ਦਾ ਨਾ ਹੋਣਾ ਅੰਧੇਰਾ। ਔਰ ਇਸ ਵਾਸਤੇ ਸੰਤੋ ਮਹਾਂਪੁਰਸ਼ ਕਹਿੰਦੇ ਨੇ ਕਿ ਵਿਪਤ ਜਿਹੜੀ ਹੈ, ਮੁਕਤੀ ਦਾ ਨਾ ਹੋਣਾ ਹੀ ਵਿਪਤ ਹੈ। ਗਿਆਨ ਦਾ ਨਾ ਹੋਣਾ ਹੀ ਅਗਿਆਨ ਹੈ। ਜਿਸ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹ ਫਿਰ ਅਗਿਆਨੀ ਨਹੀਂ ਰਹਿੰਦਾ, ਉਹ ਗਿਆਨੀ ਹੋ ਜਾਂਦਾ। ਔਰ ਐਸਾ ਗਿਆਨੀ ਜਿਹੜਾ ਬ੍ਰਹਮ ਦਾ ਗਿਆਨੀ ਹੋਏ, ਉਹਦੇ ਬਾਰੇ ਹੀ ਲਿਖਿਆ ਹੈ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਸਾਧ ਸੰਗਤ ਆਓ, ਬਾਰ-ਬਾਰ ਇਹ ਗਲਤੀ ਸਾਡੇ ਤੋਂ ਨਾ ਹੋਵੇ। ਫਿਰ ਮਹਾਰਾਜ ਕਹਿੰਦੇ ਨੇ ਕਿ ਚਰਨ ਨਾ ਛਾਡੂ ਸਰੀਰ ਕਲ ਜਾਈ। ਇਹ ਮੇਰੇ ਸੱਚੇ ਪਾਤਸ਼ਾਹ, ਸਰੀਰ ਤੇ ਜਾਣ ਵਾਲਾ ਹੈ, ਪਰ ਮੈਂ ਤੇਰੇ ਚਰਨ ਨੂੰ ਨਹੀਂ ਛੱਡ ਸਕਦਾ। ਔਰ ਚਰਨਾਂ ਨੂੰ ਕਿੰਨੇ ਫੜਨਾ? ਆਤਮਾ ਨੇ। ਇਸ ਨੂੰ ਜਦੋਂ ਅਸੀਂ ਮਨ ਦੀਆਂ ਸਾਰੀਆਂ ਕਲਪਨਾ ਛੱਡ ਦਿੰਦੇ ਹਾਂ, ਕੇਵਲ ਆਤਮਾ ਵਿੱਚ ਨਿਵਾਸ ਕਰਦੇ ਹਾਂ, ਫਿਰ ਇਹ ਪਰਮਾਤਮਾ ਬਣ ਜਾਂਦੀ ਹੈ। ਆਤਮ ਪਰਮਾਤਮ ਏਕੋ ਕਰੇ, ਗੁਰ ਪ੍ਰਸਾਦੀ ਕਬੂ ਨਾ ਮਰੇ। ਉਹਦੀ ਫਿਰ ਵਿਪਤ ਖਤਮ ਹੋ ਜਾਂਦੀ। ਜੇ ਮਹਾਰਾਜ ਨੇ ਕਿਹਾ ਮੇਰੀ ਹਰੋ ਵਿਪਤ ਜਨ ਕਰੋ ਸੁਭਾਈ, ਮੈਨੂੰ
शोभावन कर दियो, सौखा कर दियो। और चरण न छाडू शरीर कल जाई, कह रविदास परों तेरी साबा। ते फिर क्या है, बेग मिलो जन करे ना बुलाबा। इस वक्त मैं बेनती करदा, अरदास करना, जिवें वो कथा सुनाई लाला जी दी, किते लाला जी वांगू विलप ना कर लेना, देर ना कर देनी, क्योंकि समझाण वालियां ने समझाया, उन्होंने फिर असीं उलामा नहीं दे सकते। ये नहीं कह सकते कि तुसीं सानूं दस्सिया नहीं सी। साध संगत वो दो शिकारी सन ते घने जंगल विच शिकार करन जाना सी, ते उन्हां एक प्राइवेट जैट किराए ते कीता ते गए। शाम नूं जट ने उन्होंने लैण आउणा सी। उन्हां शिकार कीता ते दो बैल उन्हां ने मारे। हुण पायलट नूं कहण कि ये दो बैल जिहड़े है ये आपां लिजाणे भाई। उन्हें कहा कि ये भार ज्यादा है, एक लै जांगा, दो नहीं जा सकते। मैं कहा जी पिछले साल कहंदे दो बैल लै गए सां असीं, पिछले साल दो बैल असीं लै गए सां, उन्होंने कहा। ते फिर संत जनो पायलट बेचारा मन गया, अच्छा जी पिछले साल लै गए सी। किसी तरीके नाल उन्होंने लद लए, लद के ते लिजा रहे सन। ते फिर रस्ते विच भार ज्यादा सी, वो जहाज डिग पिया, डिग्गिया छोटा जहाज सी। और फिर वो ज्यों बाहर निकले किसी तरीके नाल जहाज चों, ते फिर एक जना पुछदा दूजे नूं, शिकारी नूं, कहंदा वेखी असीं कित्थे कां? कहंदे कित्थे कां? कहण लगा हाँ तकरीबन उत्थे की हां जिथे पिछले साल भी जहाज डिग्गा सी। साध संगत पिछले साल भी दो बैल लदवाए, ये नहीं दस्सिया पायलट नूं भी डिग पिया सी। ते ओही गलती फिर हुण कीती। इस लई गुरमुखो प्यारिओ, जन्म जन्म तो साडे कोल गलतियां होईयां ने। हुण असीं बड़ी सुविधा है, और हुण इन्नी सुविधा है कि गुरमुखो इन्नी ज्यादा सुविधा है साडे कोल कि इंटरनेट है, हर प्रकार की सुविधा है साडे कोल, हर प्रकार का साडे पास बचन आउंदे ने। और असी इंटरनेट ते अजकल ते जूम ते भी टीवी हन, और तुहाडे कोल कांशी टीवी है। क्यों ना असी इहदा लाभ उठाइए और ऐसा जन्म जीवीए जो सानू सतगुरु हर युग विच फरमांदे आए ने, तां कि साडा ये जन्म सुहेला होए। इस शब्द दे विच शब्द नंबर 2 है पावन अमृत बाणी दा, जो कि श्री गुरु ग्रंथ साहिब विच भी दर्ज है। राग गौड़ी रविदास जी की पदे गौड़ी ग्वारे रीद विच। और कितनी वधिया सानू मारे ने सिक्ख्या देती है, मेरी संगत पूछ सोच दिन रात। क्योंकि सोच बदलो सितारे बदल जाएंगे, नजर बदलो नजारे बदल जाएंगे, कश्तियों को बदलने की जरूरत नहीं है, दिशा बदलो किनारे बदल जाएंगे। जिवें मैं क्या करना, कोई बंदा गड्डी चला के जा रहा सी, काफी चलांदा रहा, एक जगह गड्डी खड़ी करके तैनूं पुछ लिया, कहन लगा जी जलंधर किन्नी दूर है, इत्थों कितना टाइम लगेगा? तो उन्होंने कहा भी अगों दस्सण वाले ने, उन्हें कहा कमलिओ जिधर तुहाडी गड्डी दा मूँह है इधर तुसीं चलदे रहे सारी उम्र ते जलंधर नहीं आउणा, ते जे मूँह बदल लो, जिहड़ी दिशा है जिधर नूं जलंधर है उधर कर लोगे ते फिर तुसीं 6-7 घंटियां च दिल्ली तो जलंधर पहुंच जाओ। सो संत जनो, जिथे असी दिशा कीती है, असी किसी संत नूं मिलदे नहीं, और मिलीए ते असी ये नहीं पुछदे कि महाराज दसो परमात्मा किहड़ा है, हरी किहड़ा है। असी होर गल्लां पुछणियां शुरू कर दिंदे
ਤੇ ਜਦੋਂ ਇਹ ਪੁੱਛਣਾ ਸ਼ੁਰੂ ਕਰ ਦਿਆਂਗੇ ਅਸਲੀ ਪ੍ਰਸ਼ਨ ਜੀਸਸ ਕ੍ਰਾਈਸਟ ਜੀ ਨੇ ਪਾਵਨ ਪਵਿੱਤਰ ਬਾਈਬਲ ਵਿੱਚ ਲਿਖਿਆ ਆਸਕ ਐਂਡ ਸ਼ੈਲ ਬੀ ਗਿਵਨ, ਤੁਸੀਂ ਮੰਗੋ ਤੇ ਸਹੀ, ਦੇਣ ਵਾਲਾ ਹਾਜ਼ਰ ਹੈ। ਨੌਕ ਐਂਡ ਡੋਰ ਸ਼ੈਲ ਬੀ ਓਪਨ ਅਨਟੂ ਯੂ, ਦਰਵਾਜ਼ਾ ਖਟਖਟਾਓ ਤੇ ਸਹੀ, ਖਟਖਟਾਓਗੇ ਤੇ ਜ਼ਰੂਰ ਖੁੱਲੇਗਾ। ਸੋ ਇਹ ਸ਼ਬਦ ਸਾਨੂੰ ਗੁਰਮੁਖੋ ਪਿਆਰਿਓ ਬਹੁਤ ਸਾਰੀ ਸਿੱਖਿਆ ਦਿੰਦਾ ਹੈ। ਦਾਸ ਆਪ ਜੀ ਵਾਸਤੇ, ਆਪ ਜੀ ਦੇ ਸਾਰੇ ਪਰਿਵਾਰ ਵਾਸਤੇ ਅਰਦਾਸ ਕਰਦਾ ਕਿ ਅਸੀਂ ਐਸੇ ਕੰਨ ਰੱਖੀਏ, ਜਿਸ ਤਰ੍ਹਾਂ ਉਹ 3 ਮੂਰਤੀਆਂ ਦੀ ਗੱਲ ਸੁਣਾਈ ਹੈ ਕਿ ਜਦੋਂ ਇੱਕ ਕੰਨ 'ਚੋਂ ਸੁਣੀਏ ਤੇ ਫਿਰ ਉਹਦਾ ਵਾਸ ਸਾਡੇ ਹਿਰਦੇ ਵਿੱਚ ਹੋ ਜਾਏ, ਸਾਡੇ ਕੰਨਾਂ ਤੱਕ ਨਾ ਰਵੇ। ਔਰ ਜਦੋਂ ਹਿਰਦੇ ਵਿੱਚ ਹੋ ਜਾਏਗਾ, ਫਿਰ ਜਿਵੇਂ ਮਹਾਰਾਜ ਕਹਿੰਦੇ ਨੇ ਮੇਰਾ ਕਰਮ ਕੁਟਲਤਾ, ਫਿਰ ਕਰਮ ਵੀ ਕੁਟਲਤਾ ਵਾਲਾ ਨਹੀਂ ਰਹਿੰਦਾ। ਜਿੰਨਾ ਚਿਰ ਹਿਰਦੇ ਵਿੱਚ ਵਾਸ ਨਹੀਂ ਹੁੰਦਾ, ਉਹਨਾਂ ਚਿਰ ਕਰਮ ਨਹੀਂ ਬਦਲਦਾ, ਔਰ ਜਿੰਨਾ ਚਿਰ ਕਰਮ ਨਹੀਂ ਬਦਲਦੇ, ਉਹਨਾਂ ਚਿਰ ਸਾਡਾ ਜੀਵਨ ਸੁਹੇਲਾ ਨਹੀਂ ਹੁੰਦਾ। ਇਸ ਲਈ ਸਾਰੀ ਗੱਲ ਜਿੰਨਾ ਸੁਣ ਕੇ ਮੰਨਿਆ 3 ਵਿਟੋਂ ਕੁਰਬਾਨ, ਜਿਨ੍ਹਾਂ ਨੇ ਸੁਣ ਕੇ ਮੰਨ ਲਿਆ ਉਹਨਾਂ ਤੋਂ ਹੀ ਮਹਾਂਪੁਰਸ਼ ਕੁਰਬਾਨ ਜਾਂਦੇ ਨੇ। ਸੋ ਦਾਸ ਸ਼ੁਕਰ ਕਰਦਾ ਕਿ ਅੱਜ ਸਾਡੇ ਕੋਲ ਇਹ ਸਾਧਨ ਹਨ, ਅਸੀਂ ਮਹਾਂਪੁਰਸ਼ਾਂ ਦੇ ਬਚਨਾਂ ਨੂੰ, ਉਹਨਾਂ ਦੇ ਦਰਸ਼ਨ ਵੀ ਕਰ ਸਕਦੇ ਹਾਂ। ਮਹਾਂਪੁਰਸ਼ਾਂ ਦੇ ਬਚਨਾਂ ਨੂੰ ਅਸੀਂ ਭਲੀ ਪ੍ਰਕਾਰ ਸ਼ਰਵਣ ਕਰਕੇ, ਅਮਲ ਕਰਕੇ ਆਪਣਾ ਜਨਮ ਸੁਹੇਲਾ ਕਰ ਸਕਦੇ ਹਾਂ। ਕਿਉਂਕਿ ਲਿਖਿਆ ਹੈ ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਦਾਸ ਪਾਸੋਂ ਕੋਈ ਗਲਤੀ ਭੁੱਲ ਚੁੱਕ ਹੋ ਗਈ ਹੋਏ, ਦਾਸ ਦੋਵੇਂ ਹੱਥ ਜੋੜ ਕੇ क्षमा ਮੰਗਦਾ ਹੈ। ਆਓ ਰਸਨਾ ਨੂੰ ਪਵਿੱਤਰ ਕਰੀਏ। ਜੈ ਗੁਰਦੇਵ ਜੀ, ਧੰਨ ਗੁਰਦੇਵ।